ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਵਾਹਿਗੁਰੂ ਜੀ ਚਉਪਈ ਬਿਦਤ ਭਏ ਸੁਧ ਜਹ ਤਹ ਸਾਰੇ ਲੱਗੇ ਤਜਣ ਤਨ ਪ੍ਰਥਮ ਉਚਾਰੇ ਜਿਹ ਜਿਹ ਸੁਣੀ ਸ਼ਗਤ ਜਿਹ ਆਵਣ ਧਾਏ ਨਾਰ ਨਿਜ ਦੁਖਨ ਸਾਵਣ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਕੋਈ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਦਤ ਭਏ ਸੁਧ ਜਹ ਤਹ ਸਾਰੇ ਲਗੇ ਤਜਨ ਤਨ ਪ੍ਰਥਮ ਉਚਾਰੇ। ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਬਹੁਤ ਵੱਡਾ ਲੰਗਰ ਲਾਇਆ ਹੈ, ਅੱਸੂ ਸੁਦੀ ਅੱਸੂ ਖਿਮਾ ਕਰਨਾ ਅੱਸੂ ਵਧੀ ਅਸ਼ਟਮੀ ਵਾਲਾ ਦਿਨ ਹੈ, ਔਰ ਸਾਰੇ ਪਾਸੇ ਖਬਰ ਫੈਲ ਗਈ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਰੀਰ ਛੱਡਣ ਲੱਗੇ ਨੇ, ਔਰ ਸਰੀਰ ਤਿਆਗਣ ਤੋਂ ਪਹਿਲਾਂ ਉਹਨਾਂ ਨੇ ਬਚਨ ਕਹਿ ਦਿੱਤੇ ਨੇ ਕਿ ਅਸੀਂ ਸਰੀਰ ਛੱਡ ਜਾਣਾ ਹੈ। ਜਹ ਜਹ ਸੁਣੀ ਸ਼ਗਤ ਜਿਹ ਆਵਣ ਧਾਏ ਨਾਰ ਨਿਜ ਦੁਖ ਨਿਸਾਵਣ। ਔਰ ਜਿਨ੍ਹਾਂ ਨੇ ਖਬਰ ਆਪਣੇ ਕੰਨਾਂ ਦੇ ਨਾਲ ਸੁਣੀ, ਜਿਨ੍ਹਾਂ ਨੂੰ ਪਤਾ ਲੱਗਿਆ, ਜਿਨ੍ਹਾਂ ਦੇ ਵਿੱਚ ਆਉਣ ਦੀ ਕੋਈ ਸ਼ਕਤੀ ਸੀ, ਤਾਕਤ ਸੀ, ਉਹ ਆਪਣੇ ਪਾਪਾਂ ਨੂੰ ਦੂਰ ਕਰਵਾਉਣ ਦੇ ਵਾਸਤੇ ਕਰਤਾਰਪੁਰ ਸਾਹਿਬ ਨੂੰ ਭੱਜੇ ਆਉਂਦੇ ਨੇ। ਸਿਰ ਮੁਖ ਸੋ ਆਸ ਆਇਸ ਹੋਈ ਦੇਗ ਆਹਾਰ ਅਚੇ ਸਭ ਕੋਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ, ਸੇਵਕਾਂ ਨੂੰ, ਲਾਂਗਰੀਆਂ ਨੂੰ, ਸਾਰਿਆਂ ਨੂੰ ਹੁਕਮ ਕੀਤਾ ਹੈ ਭਾਈ ਜਿਹੜਾ ਵੀ ਕੋਈ ਆਉਂਦਾ ਹੈ ਹਰ ਕਿਸੇ ਨੂੰ ਕਹਿਣਾ ਪਹਿਲੋਂ ਲੰਗਰ ਜਿਹੜਾ ਹੈ, ਦੇਗ ਹੈ, ਉਹ ਲੰਗਰ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਹੈ। ਨੀਚ ਕੇ ਉਚਰਾਏ ਕੇ ਰਾੜਾ ਭੋਜਨ ਖਾਏ ਦੇਗ ਤੇ ਨਾਨਾ। ਚਾਹੇ ਕੋਈ ਆਪਣੇ ਆਪ ਨੂੰ ਉੱਚਾ ਕਹਿਣ ਵਾਲਾ, ਚਾਹੇ ਕਿਸੇ ਨੂੰ ਕੋਈ ਨੀਵਾਂ ਕਹਿਣ ਵਾਲਾ, ਕੋਈ ਰਾਜਾ ਹੈ, ਕੋਈ ਰੰਕ ਹੈ, ਪਰ ਭੋਜਨ ਜਿਹੜਾ ਉਹ ਸਾਰਿਆਂ ਨੇ ਪੰਗਤ ਵਿੱਚ ਬੈਠ ਕੇ ਇਸੇ ਲੰਗਰ 'ਚ ਛਕਣਾ ਹੈ। ਆਪਣਾ ਕੋ ਨ ਕਰੇ ਪੁਰੇ ਆਏ ਸੁਣ ਸਿੱਖਣ ਸਭ ਹੂਣ ਸੁਣਾਏ। ਕਿ ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਕਰਤਾਰਪੁਰ ਸਾਹਿਬ ਆ ਕੇ ਆਪਣਾ ਭੋਜਨ ਕੋਈ ਅੱਡ ਤਿਆਰ ਨਾ ਕਰੇ, ਕਿਉਂਕਿ ਕਈ ਤਰ੍ਹਾਂ ਦੇ ਸਾਧੂ, ਕਈ ਪਹਿਰਾਵਿਆਂ ਵਾਲੇ, ਕਈ ਜਥੇ ਆ ਰਹੇ ਨੇ, ਤਾਂ ਉਹ ਆਪਣਾ ਡੇਰਾ ਲਾ ਕੇ ਆਪਣੇ ਡੇਰੇ ਦੇ ਵਿੱਚ ਆਪਣਾ ਭੋਜਨ ਅੱਡ ਤਿਆਰ ਨਾ ਕਰਨਾ। ਅਸ਼ਟਮ ਦਿਵਸ ਬੀਤਿਓ ਸੋਈ ਸਿਰ ਗੁਰ ਨਿਕਟ ਭੇਰ ਬਹੁ ਹੋਈ। ਅਸ਼ਟਮੀ ਵਾਲਾ ਵੀ ਉਹ ਸਾਰਾ ਦਿਨ ਬਤੀਤ ਹੋ ਗਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ 4 ਸਪੇਰੇ, ਕਰਤਾਰਪੁਰ ਸਾਹਿਬ ਦੇ 4 ਸਪੇਰੇ, ਸਿੱਖਾਂ ਦੀ, ਸੰਗਤਾਂ ਦੀ, ਜੋਗੀਆਂ ਦੀ, ਸੰਨਿਆਸੀਆਂ ਦੀ ਭੀੜ ਲੱਗ ਗਈ। ਏਕ ਸਹਸ ਦੋ ਸਹਸ ਕੇ ਟੋਲਾ ਆਏ ਹਟੇ ਕਰ ਦਰਸੇ ਮੋਲਾ। ਕਿਤੇ ਕੋਈ 1000 ਦਾ, ਕੋਈ 2-2 ਹਜ਼ਾਰ ਦੇ ਟੋਲੇ ਬਣ ਕੇ
जथे बना के सिख आ रहे हैं, दर्शन करते हैं। दर्शन करके फिर पिछे हट के जिथे थां मिलती है उत्थे अपना डेरा ला लेंदे ने। मिले परस पार सो जस सुनावै, श्री नानक गावै। आपस ਵਿੱਚ ਮਿਲਦੇ ਨੇ, ਧੰਨ ਗੁਰੂ ਨਾਨਕ ਸਾਹਿਬ ਦੀ ਸਿਫਤ ਸਲਾਹਾਂ ਕਰਦੇ ਨੇ ਤੇ ਸਿਫਤ ਸਲਾਹਾਂ ਕਰਕੇ ਇੱਕੋ ਹੀ ਗੱਲ ਕਹਿੰਦੇ ਨੇ ਕਿ ਧੰਨ ਸ਼੍ਰੀ ਨਾਨਕ, ਧੰਨ ਸ਼੍ਰੀ ਨਾਨਕ, ਧੰਨ ਸ਼੍ਰੀ ਨਾਨਕ ਹੀ ਸਾਰੇ ਗਾ ਰਹੇ ਨੇ। ਜੈ ਜੈਕਾਰ ਜਹਾਂ ਤਹ ਹੋਵਤ, ਮਨੋ ਕੁਕਰਮਣ ਕਿਹ ਮਲ ਧੋਵਤ। ਜਿੱਥੇ ਕਿਤੇ ਹਰ ਥਾਂ ਤੇ ਜੈ ਜੈਕਾਰੀ ਹੋ ਰਹੀ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜੈ ਜੈਕਾਰ ਕਰਕੇ ਆਪਣੇ ਮਨਾਂ ਦੇ ਅੰਦਰ ਨੂੰ ਮੈਲ ਲੋਕ ਧੋ ਰਹੇ ਸਨ। ਦੇਖੇ ਕਰੁਣਾ ਦ੍ਰਿਸ਼ਟ ਕਿਰਪਾਲਾ, ਜਸ ਇੱਛਾ ਤਸ ਪੂਰੇ ਦਿਆਲਾ। ਫਿਰ ਸਤਿਗੁਰੂ ਜੀ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਦੇ ਵੀ ਨੇ, ਜਿੰਦੇ ਦੀ ਜਿਵੇਂ ਜਿਵੇਂ ਦੀ ਕੋਈ ਇੱਛਾ ਲੈ ਕੇ ਆਇਆ ਹੈ ਉਹਨਾਂ ਦੀ ਇੱਛਾਵਾਂ ਵੀ ਪੂਰੀਆਂ ਕਰ ਰਹੇ ਨੇ। ਵਿਪਰ ਬੈਸ ਖੱਤਰੀ ਬੋਹ ਆਏ, ਸ਼ੂਦਰ ਤੁਰਕ ਭੇਰ ਤਰ ਭਾਏ। ਬਹੁਤ ਸਾਰੇ ਬ੍ਰਾਹਮਣ ਵੈਸ ਖੱਤਰੀ ਸ਼ੂਦਰ ਸਾਰੇ ਆਏ ਨੇ, ਵੱਡੀ ਗਿਣਤੀ ਵਿੱਚ ਆਏ ਨੇ। ਜੇ ਮੁਸਲਮਾਨ ਮਦੀਨੇ ਮਾਹੀ, ਮੱਕੇ ਪੀਰ ਸ਼ਕਤ ਤਰ ਆਹੀ। ਜਿਹੜੇ ਮੁਸਲਮਾਨ ਸਨ ਮੱਕੇ ਦੇ ਵਿੱਚ ਸਨ, ਮਦੀਨੇ ਦੇ ਵਿੱਚ ਸਨ, ਉਹਨਾਂ ਨੂੰ ਵੀ ਸ਼ਕਤੀਆਂ ਦੇ ਰਾਹੀਂ ਇਹ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਸਰੀਰ ਛੱਡ ਕੇ ਚੱਲੇ ਨੇ। ਉਹ ਆਪੋ ਆਪਣੀ ਸ਼ਕਤੀ ਧਾਰਨ ਕਰਕੇ ਕਰਤਾਰਪੁਰ ਸਾਹਿਬ ਪਹੁੰਚ ਗਏ। ਗੁਰ ਸਿੱਧ ਸੁਣਤ ਬੇਗ ਸੋ ਆਏ, ਦਰਸ਼ਨ ਕਰੇ ਜਨਮ ਫਲ ਪਾਏ। ਗੁਰੂ ਸਾਹਿਬ ਜੀ ਬਾਰੇ ਸੁਣ ਕੇ ਉਹ ਆਪੋ ਆਪਣੀ ਸ਼ਕਤੀਆਂ ਦਾ ਇਸਤੇਮਾਲ ਕਰਕੇ ਛੇਤੀ ਦੇ ਨਾਲ ਕਰਤਾਰਪੁਰ ਸਾਹਿਬ ਆਏ। ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲ ਕੀਤਾ। ਅੰਬੀਏ ਬਹੁਰ ਔਲੀਏ ਜੇ, ਹੁਤੇ ਪੈਗੰਬਰ ਆਏ ਤੇ। ਕਹਿੰਦੇ ਵੱਡੇ ਵੱਡੇ ਨਬੀ, ਔਲੀਏ, ਪੈਗੰਬਰ, ਪੀਰ ਸਾਰੇ ਆਏ। ਸਭ ਕੋ ਆਇਸ ਖਾਣ ਆਹਾਰਾ, ਵਰਤੈ ਦੇਗ ਸੋ ਪ੍ਰਥਮ ਪ੍ਰਕਾਰਾ। ਕਿਉਂਕਿ ਲੰਗਰ ਪਹਿਲਾਂ ਦੀ ਤਰ੍ਹਾਂ ਅਟੁੱਟ ਵਰਤ ਰਿਹਾ ਸੀ। ਸਾਰਿਆਂ ਨੂੰ ਹੁਕਮ ਹੋਏ ਸੀ ਵੀ ਸਾਰੇ ਪਹਿਲੋਂ ਆਉਣ ਤਾਂ ਪਹਿਲੋਂ ਲੰਗਰ ਛਕਣ। ਪਹਿਲੋਂ ਲੰਗਰ ਛਕਦੇ ਨੇ, ਫਿਰ ਦਰਸ਼ਨ ਕਰਦੇ ਨੇ। ਜਤ ਪੇ ਅਨਗਣ ਮਾਨਵ ਭੀਰੰ, ਟੋਟ ਨ ਆਵਤ ਭਏ ਗਹਿਰੰ। ਕਹਿੰਦੇ ਜਦੋਂ ਕਿ ਲੋਕਾਂ ਦੀ, ਸਿੱਖਾਂ ਦੀ, ਸੰਗਤਾਂ ਦੀ ਭੀੜ ਜਿਹੜੀ ਸੀ ਅਣਗਿਣਤ ਸੀ, ਗਿਣਤੀ ਨਹੀਂ ਸੀ ਕੀਤੀ ਜਾ ਸਕਦੀ, ਪਰ ਫਿਰ ਵੀ ਲੰਗਰ ਦੇ ਵਿੱਚ ਕਿਸੇ ਤਰ੍ਹਾਂ ਦੀ ਟੋਟ ਨਹੀਂ ਆਉਂਦੀ। ਦੇਖਤ ਬਿਸਮੈ ਹੈਵ ਨਰ ਜਾਹੀ, ਇਤੋ ਆਹਾਰ ਆਏ ਕਿਸ ਥਾਹੀ। ਇਹ ਵੇਖ ਵੇਖ ਕੇ ਮਨੁੱਖ ਲੋਕ ਜਿਹੜੇ ਨੇ ਹੈਰਾਨ ਵੀ ਹੁੰਦੇ ਨੇ ਕਿ ਇੰਨਾ ਭੋਜਨ ਤਿਆਰ ਕਿਵੇਂ ਹੋ ਰਿਹਾ, ਇੰਨਾ ਭੋਜਨ ਆ ਕੇ ਕਿੱਥੋਂ ਰਿਹਾ ਹੈ। ਲੱਖ ਨਾ ਸਕੈ ਸਭ ਕੀ ਮਤ ਹਾਰੇ, ਧੰਨ ਧੰਨ ਸ਼੍ਰੀ ਗੁਰੂ ਉਚਾਰੇ। ਇਹ ਸੋਚਾਂ ਤਾਂ ਸਾਰੇ ਸੋਚਦੇ ਨੇ, ਪਰ ਸੋਚ ਸੁਣ ਕੇ ਥੱਕ ਗਏ ਕਿ ਲੰਗਰ ਆਉਂਦਾ ਕਿੱਥੋਂ ਹੈ, ਇੰਨਾ ਤਿਆਰ ਕਿਵੇਂ ਹੋ ਰਿਹਾ ਹੈ। ਬਸ ਇੱਕੋ ਗੱਲ ਕਹਿੰਦੇ ਨੇ, ਧੰਨ ਗੁਰੂ, ਧੰਨ ਗੁਰੂ ਨਾਨਕ, ਧੰਨ ਗੁਰੂ ਕੇ ਸਿੱਖ। ਔਰ ਧੰਨ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਲੰਗਰ ਕੇਵਲ ਉਦੋਂ ਹੀ ਨਹੀਂ, ਅੱਜ ਵੀ ਇਹ ਟੋਟੀ ਵਰਤਦਾ ਹੈ। ਆ ਦੇਖੋ ਪਿਛਲੇ ਸਾਲ ਦੇ ਵਿੱਚ ਇਹ ਜਿਹੜੀ ਕਰੋਨਾ ਬਿਮਾਰੀ ਆਈ, ਵੱਡੇ ਵੱਡੇ ਹੱਥ ਖੜੇ ਕਰਦੇ ਸਨ, ਪਰ ਇੱਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਲੰਗਰ ਸੀ ਜਿਹੜਾ ਅਟੁੱਟ ਵਰਤਦਾ ਰਿਹਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੀ ਰਿਹਾ। ਔਰ ਇਹ ਲੰਗਰ ਅਟੁੱਟ ਚੱਲਦਾ ਹੀ ਰਹਿਣਾ ਹੈ। ਪੀਰ ਪ੍ਰਭੂ ਕੇ ਭਈ ਸ਼ਫੇਰੇ, ਬੰਦੇ ਜਾਣੇ ਭਾਗ ਵਡੇਰੇ। ਸਤਿਗੁਰੂ ਦੇ 4 ਸ਼ਫੇਰੇ ਸਿੱਖਾਂ ਸੰਗਤਾਂ ਦੀ ਭੀੜ ਹੈ, ਸਾਰੇ ਹੱਥ ਜੋੜ ਜੋੜ ਕੇ ਨਮਸਕਾਰਾਂ ਕਰ ਰਹੇ ਨੇ। ਜਨਮ ਹਮਾਰੋ ਸਫਲੋ ਹੋਵਾ, ਜਗ ਗੁਰ ਕੋ ਇਸ ਸਿਨਮੁਖ ਜੋਵਾ। ਤੇ ਦਰਸ਼ਨ ਕਰਕੇ ਹਰ ਕੋਈ ਕਹਿੰਦਾ ਕਿ ਸਾਡਾ ਜਨਮ ਸਫਲ ਹੋ ਗਿਆ। ਕਿ ਇਸ ਵੇਲੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਸਰੀਰ ਤਿਆਗ ਕੇ ਚਲੇ ਜਾਣਾ ਹੈ, ਸਰੀਰ ਤਿਆਗਣ ਤੋਂ ਪਹਿਲਾਂ ਸਾਨੂੰ ਦਰਸ਼ਨ ਹੋ ਗਏ। 84 ਜੇ ਸਿੱਧਨਾਥ 9 ਜਤੇ ਮਿਲੇ ਤਬ।
ਇਹਨਾਂ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਹੜੇ 84 ਸਿੱਧ ਨੇ, ਉਸ ਪਰਬਤ ਦੇ ਚੋਟੇ ਤੇ ਬੈਠੇ ਹੋਇਆਂ ਨੂੰ ਉਹਨਾਂ ਨੂੰ ਵੀ ਖਬਰ ਮਿਲ ਗਈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਸਰੀਰ ਛੱਡ ਕੇ ਚੱਲੇ ਨੇ। ਉਹ 84 ਸਿੱਧ ਵੀ ਆਏ, 9 ਜਤੀ ਵੀ ਇੱਥੇ ਪਹੁੰਚੇ। ਸੁਧ ਸੁਣ ਸਰੋਣਨ ਬਿਖੈ ਸੰਗ, ਗੋਰਖ ਲੈ ਕੇ ਸਭ। ਕਹਿੰਦਾ ਗੋਰਖਨਾਥ ਨੇ ਜਦੋਂ ਖਬਰ ਸੁਣੀ, ਝਟਪਟ ਆਪਣੇ ਚੇਲਿਆਂ ਨੂੰ 84 ਸਿੱਧਾਂ ਨੂੰ ਨਾਲ ਲੈ ਕੇ ਉਹ ਕਰਤਾਰਪੁਰ ਸਾਹਿਬ ਪਹੁੰਚੇ। ਗਮਨ ਕੇਣ ਤਤਕਾਲ ਆਏਗੇ ਪੁਰ ਕਰਤਾਰਾ। ਗੋਰਖਨਾਥ ਆਦਿਕ 84 ਸਿੱਧ ਉੱਥੋਂ ਉਹਨਾਂ ਨੇ ਗਮਨ ਕੀਨ ਚਲਾਣਾ ਕੀਤਾ, ਚਾਲਾ ਪਾਇਆ, ਕਿਉਂਕਿ ਉਹਨਾਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ, ਸ਼ਕਤੀਆਂ ਦੇ ਨਾਲ ਆਉਣਾ ਸੀ। ਇਸ ਕਰਕੇ ਝੱਟ ਉਹ ਕਰਤਾਰਪੁਰ ਪਹੁੰਚ ਗਏ। ਦਰਸ਼ਨ ਕਰ ਹਰ ਖਾਏ ਬਦਨ ਆਦੇਸ਼ ਉਚਾਰਾ। ਇਹ 84 ਸਿੱਧ ਗੋਰਖਨਾਥ ਸਾਰੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ। ਔਰ ਕਿਉਂਕਿ ਇਹਨਾਂ ਸਾਰਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਲਿਆ ਸੀ, ਇਹਨਾਂ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਅਖੀਰ ਤੇ ਬਹਿਸਾ ਕਰਨ ਤੋਂ ਬਾਅਦ ਸਿਰ ਝੁਕਾ ਦਿੱਤਾ ਸੀ। ਇੱਕੋ ਗੱਲ ਕਹੀ ਸੀ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਕਮਾਈ ਵੱਡੀ, ਤੂੰ ਸਭ ਤੋਂ ਵੱਡਾ। ਇਹਨਾਂ ਨੇ ਆ ਕੇ ਸੀਸ ਝੁਕਾ ਕੇ ਹੱਥ ਜੋੜ ਕੇ ਆਦੇਸ਼ ਕਿਹਾ ਹੈ, ਪ੍ਰਥਮ ਜਥਾ ਜੋਗ ਸਨਮਾਨ ਕਰ, ਮ੍ਰਿਦਨ ਬਚਨ ਕਰ ਪਰਸ ਪਰ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਥਾ ਜੋਗ ਇਹਨਾਂ ਜੋਗੀਆਂ ਦਾ ਵੀ ਸਨਮਾਨ ਕੀਤਾ। ਮਿੱਠੇ ਕੋਮਲ ਬਚਨ ਇਹਨਾਂ ਦੇ ਨਾਲ ਵੀ ਕਈ ਸੁਖ ਸੰਤ ਪੁੱਛੀ ਦੱਸੀ। ਪੁਨ ਤਟ ਡੇਰਾ ਆਰਾਵਤੇ ਕਰਿਓ ਹਿਰਦੇ ਆਨੰਦ ਭਰ। ਕਹਿੰਦੇ ਇਹਨਾਂ ਸਿੱਧਾਂ ਨੇ ਆਪਣਾ ਜਿਹੜਾ ਡੇਰਾ ਹੈ ਉਹ ਰਾਵੀ ਨਦੀ ਦੇ ਕੰਢੇ ਉੱਤੇ ਕੀਤਾ ਹੈ, ਕਿਉਂਕਿ ਕਰਤਾਰਪੁਰ ਦੇ ਨੇੜੇ ਤੇੜੇ 4 ਸਪੇਰੇ ਤੇ ਥਾਂ ਹੀ ਨਹੀਂ ਮਿਲੀ ਸੀ। ਔਰ ਸਿੱਧ ਜਿਹੜੇ ਨੇ ਅਸਲ ਵਿੱਚ ਬੰਦਗੀ ਕਰਨ ਵਾਲੇ ਜਿਹੜੇ ਵੀ ਨੇ, ਉਹ ਇਵੇਂ ਦੀਆਂ ਥਾਵਾਂ 'ਤੇ ਜਾ ਕੇ ਆਪਣਾ ਡੇਰਾ ਪਾਣੀ ਦੇ ਨੇੜੇ ਲਾਉਂਦੇ ਨੇ, ਜਿੱਥੇ ਇਸ਼ਨਾਨ ਪਾਣ ਕਰਨਾ ਵੀ ਸੌਖਾ ਰਹੇ। ਤੇ ਅੰਨ ਮਿਖ ਮੁਖ ਭਈ ਅਰੁਣਤਾ ਜੋਤ ਪ੍ਰਕਾਸ਼ੀ। ਕਹਿੰਦੇ ਉਸ ਵੇਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਦਾ ਜਿਹੜਾ ਚਿਹਰਾ ਹੈ, ਮੁਖੜਾ ਹੈ, ਉਹ ਉਗਦੇ ਹੋਏ ਸੂਰਜ ਦੇ ਲਾਲੇ ਵਾਂਗੂ ਲਾਲੀਆਂ ਮਾਰ ਰਿਹਾ ਹੈ, ਚਮਕਾ ਮਾਰ ਰਿਹਾ ਹੈ। ਸਵਤਾ ਦੀਪਕ ਪ੍ਰਭਾਤ ਸਿੱਖ ਮੁਖ ਆਪਜ ਵਿਗਸ ਹੀ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਮੁਖ ਜਿਹੜੇ ਨੇ ਉਹ ਕਮਲ ਦੇ ਵਾਂਗ ਖਿੜ ਗਏ, ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ ਹੈ। ਤੇ ਕਮਲ ਰੂਪੀ ਸਿੱਖ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਚੰਦਰਮਾ ਰੂਪੀ ਗੁਰੂ ਸਾਹਿਬ ਦੇ ਮੁਖੜੇ ਨੂੰ ਵੇਖ ਕੇ ਖਿੜ ਉੱਠੇ। ਚੱਕ ਚਕੋਰ ਚਿਤਵੰਤ ਚੰਦਰਮਾ ਚਾਰ ਬਦਨ ਸ਼ਬ। ਜਿਵੇਂ ਜਿਹੜੀ ਚਕੌਰ ਹੈ ਚੰਦਰਮਾ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ, ਚੰਦਰਮਾ ਦੀ ਚਾਂਦਨੀ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ, ਇਵੇਂ ਸਿੱਖ ਦਰਸ਼ਨ ਕਰ ਕਰਕੇ ਖੁਸ਼ ਹੋ ਰਹੇ ਨੇ। ਦਰਸ਼ਨ ਕਰ ਸੁਖ ਪਾਏ ਰਹੇ ਬਿਸਮਾਏ ਹਿਰਦੇ ਸਭ। ਦਰਸ਼ਨ ਕਰਕੇ ਖੁਸ਼ ਵੀ ਹੋ ਰਹੇ ਨੇ, ਔਰ ਸਾਰੇ ਜਿਹੜੇ ਕਿਤੇ ਨਾ ਕਿਤੇ ਹੈਰਾਨ ਵੀ ਬੜੇ ਹੋ ਰਹੇ ਨੇ, ਕਿਉਂਕਿ ਗੁਰੂ ਸਾਹਿਬ ਦਾ ਕੌਤਕ ਹੀ ਹੈਰਾਨ ਕਰਨ ਵਾਲਾ ਹੈ। ਇਸ ਬਿਦ ਪ੍ਰਤਾਪ ਅਦਭੁਤ ਭਇਓ ਕਹਿ ਨ ਜਾਏ ਕਵ ਅਨਪ ਮਤ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਪ੍ਰਤਾਪ ਬੜਾ ਅਦਭੁਤ ਉਦੋਂ ਹੋਇਆ, ਸਾਰੇ ਪਾਸੇ ਤੇਜ ਪ੍ਰਤਾਪ ਫੈਲਿਆ। ਔਰ ਗੁਰੂ ਸਾਹਿਬ ਜੀ ਦੇ ਮਹਿਮਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੈਂ ਨਹੀਂ ਕਹਿ ਸਕਦਾ, ਮੇਰੀ ਅਲਪ ਮਤ ਹੈ, ਥੋੜ੍ਹੀ ਜਿਹੀ ਮਤ ਹੈ, ਇਸ ਕਰਕੇ ਥੋੜ੍ਹਾ ਜਿਹਾ ਜਸ ਕਿਹਾ ਹੈ। ਸਭ ਅਹਨ ਪਤ ਗਣਤ ਪਤ ਸ਼ਾਰਦਾ ਲੱਖ ਨਾ ਸਕੈ ਜਿਹੇ ਅਲਖ ਗਤ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਦੇ ਅਖੀਰਲੇ ਦਰਸ਼ਨ ਕਰਨ ਦੇ ਵਾਸਤੇ ਸ਼ੇਸ਼ਨਾਗ ਵੀ ਕੋਈ ਨਾ ਕੋਈ ਰੂਪ ਧਾਰਨ ਕਰਕੇ ਉੱਥੇ ਆਇਆ। ਉੱਥੇ ਗਣੇਸ਼ ਵਰਗੇ, ਸਰਸਵਤੀ ਵਰਗੇ, ਕਿ ਜਿਨ੍ਹਾਂ ਦੇ ਗਤੀ ਨੂੰ ਜਾਣਿਆ ਨਹੀਂ ਜਾਂਦਾ, ਉਹ ਵੀ ਕੋਈ ਨਾ ਕੋਈ ਮਨੁੱਖਾ ਦੇਹੀ ਧਾਰ ਕੇ ਉੱਥੇ ਆਏ ਜ਼ਰੂਰ ਹੋਣਗੇ।
ਨੌਮੀ ਕੇ ਦਿਨ ਅੰਮ੍ਰਿਤ ਧਰੇ ਮਨੁੱਖ ਤਨ ਆਏ। ਕਿਉਂਕਿ ਵਧੀ ਨੌਵੀਂ ਦਾ ਦਿਨ ਅੱਗੇ ਆਇਆ। ਉਸ ਦਿਨ ਕਹਿੰਦੇ ਸਾਰੇ ਦੇਵਤੇ ਮਨੁੱਖਾਂ ਦੇ ਹੀ ਧਾਰਨ ਕਰਕੇ ਉੱਥੇ ਆਏ। ਇੰਦਰ ਵੀ ਆਇਆ ਉੱਥੇ। ਇੰਦਰ ਚੰਦਰ ਦਨਿੰਦ ਪੌਣ ਅਲਕਿੰਦਰ ਸੁਹਾਏ। ਕਹਿੰਦੇ ਉੱਥੇ ਇੰਦਰ ਵੀ ਆਇਆ, ਚੰਦਰਮਾ ਵੀ ਆਇਆ, ਸੂਰਜ ਵੀ ਆਇਆ, ਪੌਣ ਦੇਵਤਾ ਵੀ ਆਇਆ। 33 ਕੋੜ ਸਮੂਹਾਨ ਪਹੁੰਚਤ ਭੇ ਤਬ ਹੀ। ਕਵੀ ਸੰਤੋਖ ਸਿੰਘ ਜੀ ਕਹਿੰਦਾ ਕਿ ਉਦੋਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਹਿੰਦੂ ਮੱਤ ਦੇ ਵਿੱਚ ਮਨੌਤ ਹੈ ਕਿ 33 ਕਰੋੜ ਦੇਵੀ ਦੇਵਤੇ ਨੇ। ਕਵੀ ਸੰਤੋਖ ਸਿੰਘ ਜੀ ਕਹਿੰਦਾ ਕਿ ਚਾਰੇ ਪਾਸੇ ਵੇਖ ਕੇ ਇਸੇ ਤਰ੍ਹਾਂ ਲੱਗ ਰਿਹਾ ਸੀ ਕਿ 33 ਕਰੋੜ ਦੇ 33 ਕਰੋੜ ਦੇਵਤੇ ਕਰਤਾਰਪੁਰ ਸਾਹਿਬ ਪਹੁੰਚੇ ਨੇ। ਪੁਣ ਚਤੁਰਵੇਦ ਨਿਜ ਰੂਪ ਧਾਰ ਪ੍ਰਗਟ ਭਏ ਕਰਤਾਰਪੁਰ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇੰਨਾ ਹੀ ਨਹੀਂ, ਫਿਰ ਜਿਹੜੇ 4 ਵੇਦ ਨੇ ਉਹ ਵੀ ਕੋਈ ਨਾ ਕੋਈ ਰੂਪ ਧਾਰਨ ਕਰਕੇ ਕਰਤਾਰਪੁਰ ਸਾਹਿਬ ਪਹੁੰਚੇ। ਮਿਲ ਅਣਕ ਭਾਂਤ ਉਸਤਤ ਪਣਹੇ ਅਤ ਉਤਸਵ ਕਰ ਹਰਖ ਔਰ। ਸਾਰੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਪਸ ਵਿੱਚ ਮਿਲ ਬੈਠ ਕੇ ਗੁਰੂ ਸਾਹਿਬ ਦੀ ਉਸਤਤ ਕਰਦੇ ਨੇ। ਨਮਸਤ ਆਦ ਪੂਰਣੰ ਸਮਸਤ ਮੈਂ ਬਿਰਾਜਹੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਦੇਵੀ ਦੇਵਤੇ ਆਏ ਨੇ ਉਹ ਆਪਣੇ ਮਨ ਹੀ ਮਨ ਦੇ ਵਿੱਚ ਗੁਰੂ ਸਾਹਿਬ ਦੀ ਉਸਤਤ ਕਰਦੇ ਨੇ ਕਿ ਗੁਰੂ ਸਾਹਿਬ ਜੀ ਇਸ ਤਰ੍ਹਾਂ ਦੇ ਨੇ ਕਿ ਨਮਸਤ ਆਦ ਰੂਪਣੰ, ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੁਸੀਂ ਆਦ ਰੂਪ ਹੋ, ਤੁਹਾਡਾ ਕੋਈ ਆਦ ਨਹੀਂ, ਤੁਹਾਡਾ ਕੋਈ ਅੰਤ ਨਹੀਂ, ਤੁਹਾਨੂੰ ਨਮਸਕਾਰ ਹੈ। ਸਮਸਤ ਮੈਂ ਬਿਰਾਜ ਹੈ, ਤੁਸੀਂ ਸਾਰਿਆਂ ਦੇ ਵਿੱਚ ਬਿਰਾਜਮਾਨ ਹੋ। ਸਭ ਮੈਂ ਜੋਤ, ਜੋਤ ਹੈ ਸੋਏ, ਇਸ ਕਰਕੇ ਤੁਹਾਨੂੰ ਨਮਸਕਾਰ ਹੈ। ਮਯੰਕ ਮਹਿ ਕ੍ਰਾਂਤ ਮਾਰਤੰਡ ਦੀਪ ਸਾਜਹੀ। ਹੁਣ ਮਯੰਕ ਕਹਿੰਦੇ ਨੇ ਚੰਦਰਮਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਚੰਦਰਮਾ ਦੇ ਵਿੱਚ ਜਿਹੜੀ ਚਾਂਦਨੀ ਹੈ, ਮਯੰਕ ਮਹਿ ਕ੍ਰਾਂਤ, ਉਹ ਚਾਂਦਨੀ ਰੂਪ ਤੁਸੀਂ ਆਪ ਹੋ, ਪ੍ਰਕਾਸ਼ ਰੂਪ ਤੁਸੀਂ ਆਪ ਹੋ। ਮਾਰਤੰਡ ਦੀਪ ਸਾਜਹੀ, ਸੂਰਜ ਜਿਹੜਾ ਪ੍ਰਕਾਸ਼ ਦਿੰਦਾ ਹੈ, ਜਿਹੜੀ ਤਪਸ਼ ਦਿੰਦਾ ਹੈ, ਸਤਿਗੁਰੂ ਜੀ ਉਹ ਸੂਰਜ ਦਾ ਪ੍ਰਕਾਸ਼ ਰੂਪ ਵੀ ਤੁਸੀਂ ਆਪ ਹੋ। ਛਪੰਦ ਮੈਂ ਪ੍ਰਭਜਨੰ ਜਨੰਗ ਦਰਵੰਤ ਰੂਪ ਹੋ। ਹੁਣ ਕਹਿੰਦੇ ਛਪੰਦ ਮੈਂ ਪ੍ਰਭਜਨੰ, ਕਿ ਜਿਹੜੀ ਹਵਾ ਹੈ, ਹਵਾ ਦੇ ਵਿੱਚ ਜਿਹੜਾ ਵੇਗ ਹੈ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਉਹ ਵੇਗ ਵੀ ਤੁਸੀਂ ਆਪ ਹੋ। ਜਲੰਗ ਦਰਵੰਤ ਰੂਪ ਹੋ, ਤੇ ਜਿਹੜਾ ਜਲ ਦਾ ਵਹਾਵ ਹੈ, ਜਲ ਨੀਵੇਂ ਪਾਸੇ ਨੂੰ ਚੱਲਦਾ ਨਾ, ਵਹਾਅ ਚੱਲਦਾ ਹੈ, ਇਹ ਜਲ ਦੇ ਵਿੱਚ ਜਿਹੜਾ ਵਹਾਵ ਰੂਪ ਹੈ ਉਹ ਵੀ ਤੁਸੀਂ ਆਪ ਹੋ। ਆਕਾਸ਼ ਮੈਂ ਵੇ ਕਾਸ਼ ਤੂੰ ਧਰਾ ਤ੍ਰਿਤਿ ਅਨੂਪ ਹੋ। ਸਤਿਗੁਰੂ ਜੀ ਇਹ ਜਿਹੜਾ ਆਕਾਸ਼ ਹੈ, ਆਕਾਸ਼ ਦਾ ਫੈਲਾਵ ਬੜਾ ਹੈ। ਹੁਣ ਆਕਾਸ਼ ਦਾ ਫੈਲਾਵ ਕਿਤੇ ਥੋੜ੍ਹਾ ਜਿਹਾ ਜੀ, ਧਰਤੀ ਤਾਂ ਖਤਮ ਹੋ ਜਾਏਗੀ, ਪਰ ਇਹ ਜਿਹੜਾ ਆਕਾਸ਼ ਦਾ ਫੈਲਾਵ ਹੈ ਇਹ ਖਤਮ ਨਹੀਂ ਹੁੰਦਾ, ਇਹਦਾ ਆਰਾ ਪਾਰ ਕੋਈ ਨਹੀਂ। ਆਕਾਸ਼ ਦੇ ਵਿੱਚ ਜਿਹੜਾ ਫੈਲਾਵ ਹੈ ਸਤਿਗੁਰੂ ਜੀ ਇਹ ਫੈਲਾਵ ਰੂਪ ਵੀ ਤੁਸੀਂ ਆਪ ਹੋ। ਤੇ ਇਹ ਜਿਹੜੀ ਧਰਤੀ ਟਿਕੀ ਹੋਈ ਹੈ, ਇਹ ਧਰਤੀ ਦੇ ਵਿੱਚ ਜਿਹੜਾ ਟਿਕਾਵ ਹੈ, ਟਿਕਾਵ ਰੂਪ ਵੀ ਤੁਸੀਂ ਆਪ ਹੋ। ਜਾਂ ਇਹ ਕਹਿ ਲਈਏ ਕਿ ਧਰਤੀ ਤੁਹਾਡੇ ਕਰਕੇ ਹੀ ਟਿਕੀ ਹੋਈ ਹੈ। ਸੋ ਤੇਜ ਮੈਂ ਹੁਤਾਸਨੰ ਸਮੁੰਦਰ ਮੈਂ ਗੰਭੀਰਤਾ। ਇਹ ਦੇਵੀ ਦੇਵਤੇ ਮਨੁੱਖ ਸੰਤ ਫਕੀਰ ਸਾਰੇ ਆਪੋ ਆਪਣੇ ਮਨਾਂ ਦੇ ਵਿੱਚ ਗੁਰੂ ਸਾਹਿਬ ਦੀ ਸਿਫਤ ਕਹਿ ਰਹੇ ਨੇ, ਉਸਤਤੀ ਕਰ ਰਹੇ ਨੇ ਕਿ ਸੋ ਤੇਜ ਮੈਂ ਹੁਤਾਸਨੰ, ਜਿਵੇਂ ਅੱਗ ਹੈ, ਹੁਣ ਅੱਗ ਬਲਦੀ ਹੋਈ ਤਾਂ ਨਜ਼ਰ ਆਏਗੀ, ਪਰ ਅੱਗ ਦੇ ਵਿੱਚ ਜਿਹੜੀ ਤਪਸ਼ ਹੈ, ਜਿਹੜਾ ਤੇਜ ਹੈ, ਸਤਿਗੁਰੂ ਜੀ ਉਹ ਤੇਜ ਰੂਪ ਤੁਸੀਂ ਆਪ ਹੋ। ਸਮੁੰਦਰ ਮੈਂ ਗੰਭੀਰਤਾ, ਸਮੁੰਦਰ ਕਿੰਨਾ ਕੁ ਡੂੰਘਾ ਹੈ, ਕਿੰਨਾ ਕੁ ਗੰਭੀਰ ਹੈ, ਇਹਦਾ ਤੇ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਤੁਹਾਡੇ ਗੁਣ ਵੀ ਸਮੁੰਦਰ ਦੇ ਤਰ੍ਹਾਂ ਨੇ, ਤੇ ਸਮੁੰਦਰ ਦੇ ਵਿੱਚ ਜਿਹੜੀ ਗੰਭੀਰਤਾ ਹੈ, ਇਹ ਗੰਭੀਰਤਾ ਰੂਪ ਤੁਸੀਂ ਆਪ ਹੀ ਹੋ। ਸੰਤੋਖ ਬਿਰਪ ਬ੍ਰਿੰਦ ਜੇ ਸ਼ਤਰੇਣ ਵੇਚ ਬੇਰਤਾ। ਕਹੇ ਸਤਿਗੁਰੂ ਜੀ, ਇਹ ਬ੍ਰਾਹਮਣਾਂ ਦੇ ਵਿੱਚ ਜਿਹੜਾ ਬ੍ਰਾਹਮਣ ਅਸਲ ਵਿੱਚ ਜਾਤ ਕਰਕੇ ਬ੍ਰਾਹਮਣ ਨਹੀਂ, ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ, ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਏ ਤਾਂ ਹੈ ਹਮਾਰਾ ਹੈ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮ ਤਰਹਿ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ। ਉਹ ਜਿਹੜਾ ਬ੍ਰਹਮ ਹੈ, ਜਿਹਨੇ ਬ੍ਰਹਮ ਨੂੰ ਬਿੰਦਿਆ ਹੈ, ਅਸਲ ਵਿੱਚ ਉਹਨਾਂ ਦੇ ਵਿੱਚ ਸੰਤੋਖ ਹੈ, ਤੇ ਇਸ ਬ੍ਰਾਹਮਣ ਦੇ ਵਿੱਚ ਉਹ ਸੰਤੋਖ ਰੂਪ ਤੁਸੀਂ ਆਪ ਹੀ ਹੋ। ਜਿਹੜੇ ਛਤਰੀ ਨੇ ਉਹਨਾਂ ਦੇ ਵਿੱਚ ਬੀਰਤਾ ਹੁੰਦੀ ਹੈ, ਤੇ ਸਤਿਗੁਰ ਜੀ ਇਹ ਬੀਰਤਾ ਰੂਪ ਵੀ ਤੁਸੀਂ ਆਪ ਹੀ ਹੋ। ਮਜਾਰ ਬੈਸ ਬਾਣਜੰ ਸੋ ਸੇਵ ਸ਼ੂਦਰ ਵਾਨਿਯੰ। ਇਹ ਜਿਹੜੇ ਬੈਸ ਨੇ, ਵੈਸ ਜਿਹਨਾਂ ਨੂੰ ਕਿਹਾ ਜਾਂਦਾ, ਇਹਨਾਂ ਦਾ ਕੰਮ ਵਪਾਰ ਕਰਨਾ ਹੈ, ਛੋਟਾ ਵਪਾਰ ਵੱਡਾ ਵਪਾਰ। ਉਰੇ ਜ਼ਿਮੀਂਦਾਰ ਵੀ ਜਿਹੜੇ ਨੇ, ਇਹਨਾਂ ਨੂੰ ਵੈਸਾਂ ਦੇ ਵਿੱਚ ਗਿਣਿਆ ਗਿਆ, ਵੈਸ ਕਿਹਾ ਗਿਆ। ਔਰ ਅੱਜ ਸ਼ਾਇਦ ਤਾਂ ਹੀ ਇਹ ਧਾਰਨਾ ਵੀ ਬਣ ਗਈ ਕਿ ਜ਼ਿਮੀਂਦਾਰ ਵੀ ਵਪਾਰੀ ਨੇ, ਟੈਕਸ ਇਹਨਾਂ ਨੂੰ ਵੀ ਲੱਗਣਾ ਚਾਹੀਦਾ ਹੈ। ਪਰ ਖੈਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਇਹ ਜਿਹੜੇ ਵੈਸ ਨੇ, ਇਹਨਾਂ ਦਾ ਕੰਮ ਹੈ ਵਣਜ ਕਰਨਾ, ਵਪਾਰ ਕਰਨਾ। ਸਤਿਗੁਰੂ ਜੀ ਇਹ ਵਪਾਰ ਰੂਪ ਤੁਸੀਂ ਆਪ ਹੋ। ਸ਼ੂਦਰਾਂ ਦਾ ਕੰਮ ਹੈ ਦੂਜਿਆਂ ਦੀ ਸੇਵਾ ਕਰਨੀ, ਤੇ ਇਹ ਜਿਹੜੀ ਸੇਵਾ ਹੈ, ਸੇਵਾ ਰੂਪ ਵੀ ਤੁਸੀਂ ਆਪ ਹੋ। ਭਿਖਾਰ ਮਹਿ ਜਾਚਨਾ ਦਤਾਰ ਮਹਿ ਦਾਨਿਯੰ। ਹੁਣ ਭਿਖਾਰੀ ਦਾ ਕੰਮ ਹੈ ਮੰਗਣਾ। ਹੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਭਿਖਾਰੀਆਂ ਦੇ ਵਿੱਚ ਉਹ ਜਿਹੜੀ ਮੰਗ ਹੈ, ਉਹ ਮੰਗ ਰੂਪ ਤੁਸੀਂ ਆਪ ਹੋ। ਜਿਹੜਾ ਕੋਈ ਦਾਨ ਕਰਨ ਵਾਲਾ ਦਾਤਾ ਹੈ, ਉਹਦੇ ਵਿੱਚ ਜਿਹੜਾ ਦਾਨ ਰੂਪ ਉਹ ਤੁਸੀਂ ਆਪ ਹੀ ਹੋ। ਨਰੇਸ਼ ਮੈਂ ਨਰੇਸ਼ਤਾ ਸੋ ਰੰਕ ਮੈਂ ਹੈ ਰੰਕਤਾ। ਜਿਹੜਾ ਰਾਜਾ ਰਾਜ ਕਰਦਾ ਹੈ, ਉਹਦੇ ਵਿੱਚ ਰਾਜ ਰੂਪ ਤੁਸੀਂ ਆਪ ਹੋ। ਜਿਹੜਾ ਕੋਈ ਰੰਕ ਹੈ, ਭਿਖਾਰੀ ਹੈ, ਉਹਦੇ ਅੰਦਰ ਦੇ ਗਰੀਬੀ ਰੂਪ ਤੁਸੀਂ ਆਪ ਹੋ। ਦੇਖੋ, ਗਰੀਬ ਹੋਣਾ ਕੁਛ ਹੋਣਾ ਹੋਰ, ਅਤੇ ਗਰੀਬੀ ਹੋਣਾ ਕੁਛ ਹੋਰ ਹੈ। ਭਾਵ ਕੇ ਅੰਦਰ ਦੀ ਜਿਹੜੀ ਨਿਮਰਤਾ ਹੈ, ਉਹ ਨਿਮਰਤਾ ਰੂਪ ਤੁਸੀਂ ਆਪ ਹੋ। ਅਸਥਾਵਰੋ ਸਥਿਰਤਾ ਚਰੇ ਵਿਖੇ ਚੰਚਰਤਾ। ਅਸਥਾਵਰੋ ਜਿਹੜੇ ਕੋਈ ਚੀਜ਼ ਇੱਕ ਥਾਂ 'ਤੇ ਟਿਕੀ ਹੋਈ, ਜਿਹਨੂੰ ਸਥਿਰ ਕਿਹਾ ਜਾਂਦਾ ਹੈ। ਜਿਵੇਂ ਪੱਥਰ ਆਦਿ ਨੇ, ਪਹਾੜ ਨੇ, ਇਹ ਚੱਲ ਨਹੀਂ ਸਕਦੇ, ਟਿਕੇ ਹੋਏ ਨੇ ਨਾ। ਧੰਨ ਗੁਰੂ ਨਾਨਕ ਸਾਹਿਬ ਜੀ, ਇਹਨਾਂ ਦੇ ਵਿੱਚ ਜਿਹੜਾ ਟਿਕਾਵ ਹੈ, ਉਹ ਟਿਕਾਵ ਰੂਪ ਤੁਸੀਂ ਆਪ ਹੋ। ਇਹ ਜਿਹੜੀਆਂ ਚੱਲਣ ਵਾਲੀਆਂ ਵਸਤੂਆਂ ਨੇ, ਚੀਜ਼ਾਂ ਨੇ, ਇਹਨਾਂ ਵਿੱਚ ਜਿਹੜੀ ਚੰਚਲਤਾ ਹੈ, ਚਲਾਇਮਾਨ ਰੂਪ, ਉਹ ਤੁਸੀਂ ਆਪ ਹੋ। ਕਿਰਪਾਨ ਮੈਂ ਦਇਆ ਸਰੂਪ ਕਰੂਰ ਮੈਂ ਸੋ ਕਰੂਰਤਾ। ਹੁਣ ਰੱਬ ਹਰ ਥਾਂ 'ਤੇ ਕਿਵੇਂ ਹੈ, ਕਿਉਂਕਿ ਜਿਨ੍ਹਾਂ ਕੋਲ ਇਹ ਬ੍ਰਹਮ ਗਿਆਨ ਜਾਣ ਤੋਂ ਹੀ ਸਕਦੇ। ਸਾਨੂੰ ਇਹ ਲੱਗਦਾ ਕਿ ਜਿਹੜਾ ਕੋਈ ਦਿਆਲੂ ਹੈ, ਜਿਹੜਾ ਕਿਸੇ 'ਤੇ ਕਿਰਪਾ ਕਰਦਾ ਹੈ, ਉਹਦੇ ਵਿੱਚ ਰੱਬ ਹੈ। ਪਰ ਇੱਥੇ ਜਿਹੜੇ ਜਾਣਦੇ ਨੇ, ਉਹ ਕਹਿੰਦੇ ਨੇ ਦਇਆ ਕਰਨ ਵਾਲਿਆਂ ਦੇ ਵਿੱਚ ਦਇਆ ਦੇ ਰੂਪ ਵਿੱਚ ਤੁਸੀਂ ਹੋ। ਪਰ ਜਿਹੜੇ ਹਰ ਵੇਲੇ ਗੁੱਸੇ ਨਾਲ ਭਰੇ ਰਹਿੰਦੇ ਨੇ, ਕਰੂਰ ਮੈਂ ਸੋ ਕਰੂਰਤਾ। ਉਹ ਕ੍ਰੋਧੀਆਂ ਦੇ ਵਿੱਚ ਉਹ ਜਿਹੜਾ ਕ੍ਰੋਧ ਰੂਪ ਹੈ, ਉਹ ਬੇਰ ਰੂਪ ਦੇ ਵਿੱਚ ਤੁਸੀਂ ਆਪ ਹੀ ਹੋ। ਕਿ ਊਣ ਮਾਹੇ ਊਣਤਾ ਸੰਪੂਰਨ ਸੰਪੂਰਨਤਾ। ਸਤਿਗੁਰੂ ਜੀ, ਊਣਿਆਂ ਦੇ ਵਿੱਚ ਜਿਹੜਾ ਊਣਤਾ ਰੂਪ ਹੈ ਨਾ, ਊਣਤਾਈ ਰੂਪ, ਉਹ ਤੁਸੀਂ ਆਪ ਹੋ। ਤੇ ਸੰਪੂਰਨਤਾ ਦੇ ਵਿੱਚ ਪੂਰਨ ਰੂਪ ਆਪ ਹੋ। ਸੋਹ ਮੈਂ ਸਮੂਹ ਰੂਪ ਵੇਚ ਵੇਚ ਵੇਚਤਾ। ਹੁਣ ਸਮੂਹਾਂ ਦੇ ਵਿੱਚ ਸਾਰੇ ਰੂਪ ਤੁਹਾਡੇ ਨੇ, ਜਿਹਨੂੰ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਵਿਸ਼ਵ ਸੰਸਾਰ ਨੂੰ ਦੇਖਦੇ, ਇਹ ਹਰ ਕਾ ਰੂਪ ਹੈ। ਸਾਰਾ ਹੀ ਤੇਰਾ ਰੂਪ, ਸਮੂਹਾਂ ਦੇ ਵਿੱਚ ਸਾਰੇ ਤੇਰਾ ਰੂਪ ਹੈ। ਤੇ ਜਿਹੜਾ ਬੀਜ ਹੈ, ਉਸ ਬੀਜ ਦੇ ਵਿੱਚ ਬੀਜ ਭਾਵ ਵੀ ਤੁਸੀਂ ਹੋ। ਬੀਜ ਭਾਵ ਕੀ? ਕਿ ਜਿਹੜਾ ਵਿੱਚੋਂ ਅੰਕੁਰੋਂ ਨਿਕਲਣਾ ਹੈ, ਪੁੰਗਰਨਾ ਹੈ, ਉਹ ਪੁੰਗਰ ਰੂਪ ਤੁਸੀਂ ਆਪ ਹੋ। ਸਰੋਸ ਮਾਹੇ ਸੋ ਰੋਸਤਾ, ਪ੍ਰਸਿਜ ਮੈਂ ਪ੍ਰਸਿਜਤਾ।
ਕ੍ਰੋਧੀਆਂ ਦੇ ਵਿੱਚ ਰੋਸ ਰੂਪ ਆਪ ਹੋ, ਤੇ ਜਿਹੜੇ ਪ੍ਰਸੰਨ ਹੁੰਦੇ ਨੇ ਉਹ ਪ੍ਰਸੰਨਤਾ ਜਿਹੜੀ ਹੈ ਉਹ ਪ੍ਰਸੰਨਤਾ ਰੂਪ ਤੁਸੀਂ ਆਪ ਹੀ ਹੋ। ਤਪੇ ਬਿਕੈਤ ਪੰਤਤਾ ਪ੍ਰਕਾਸ਼ ਮੈਂ ਪ੍ਰਕਾਸ਼ਤਾ। ਹੁਣ ਬੜੇ ਬੜੇ ਤਪੇ ਨੇ ਜਿਹੜਾ ਤਪ ਕਰਦੇ ਨੇ, ਤਪੀ ਹੋਰ ਨੇ, ਪਰ ਉਹ ਜਿਹੜਾ ਤਪ ਰੂਪ ਹੈ ਸਤਿਗੁਰੂ ਜੀ ਤਪ ਰੂਪ ਤੇ ਤੁਸੀਂ ਆਪ ਹੀ ਹੋ। ਪ੍ਰਕਾਸ਼ ਮੈਂ ਪ੍ਰਕਾਸ਼ਤਾ, ਤੇ ਜਿਹੜਾ ਪ੍ਰਕਾਸ਼ ਹੈ ਉਹ ਪ੍ਰਕਾਸ਼ ਰੂਪ ਤੁਸੀਂ ਆਪ ਹੋ। ਉਹ ਪ੍ਰਕਾਸ਼ ਨੂੰ ਗਿਆਨ ਰੂਪ ਵੀ ਕਿਹਾ, ਤੁਸੀਂ ਗਿਆਨ ਰੂਪ ਹੋ। ਕਿ ਜੇ ਤਤ ਗਿਆਨ ਮਾਨਵੰ ਸੋ ਤਾਹੇ ਐਸ ਭਾਸਤਾ। ਔਰ ਉਹ ਆਪਸ ਵਿੱਚ ਵਿਚਾਰਾ ਕਰਕੇ ਕਹਿੰਦੇ ਨੇ, ਅਸਲ ਵਿੱਚ ਮਨ ਹੀ ਮਨ ਵਿੱਚ ਵਿਚਾਰਾ ਕਰ ਰਹੇ ਨੇ ਕਿ ਜਿਹੜਾ ਤਤ ਗਿਆਨ ਹੈ, ਜਿਹੜੇ ਤਤ ਗਿਆਨ ਨੂੰ ਜਾਣਨ ਵਾਲੇ ਨੇ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਤਿਗੁਰੂ ਜੀ ਤੁਸੀਂ ਸਭ ਕੁਛ ਆਪ ਹੋ। ਪ੍ਰਭੂ ਸਮਸਤ ਲੋਕ ਤੇ ਸਮਸਤ ਕੇਰ ਕਾਰਨ। ਹੇ ਪ੍ਰਭੂ ਜੀ ਸਤਿਗੁਰੂ ਜੀ ਤੁਸੀਂ ਸਾਰੇ ਲੁਕਾਈ ਦੇ ਮਾਲਕ ਹੋ, ਤੇ ਸਾਰੇ ਲੁਕਾਈ ਨੂੰ ਪੈਦਾ ਕਰਨ ਵਾਲੇ ਵੀ ਆਪ ਤੋਂ ਪੈਦਾ ਕਰਨ ਦਾ ਕੋਈ ਕਾਰਨ ਹੁੰਦਾ ਹੈ, ਉਹ ਕਾਰਨ ਵੀ ਤੁਸੀਂ ਆਪ ਹੀ ਹੋ। ਸਮਸਤ ਕੋ ਸਮਾਰ ਕੈ ਕਰੰਤ ਪ੍ਰਤਪਾਰਣ। ਤੁਸੀਂ ਸਾਰਿਆਂ ਦੀ ਸੰਭਾਲ ਵੀ ਕਰਦੇ ਹੋ, ਸਾਰਿਆਂ ਦੀ ਪਾਲਣਾ ਵੀ ਕਰਦੇ ਹੋ। ਸਮਸਤ ਕੇ ਸੰਘਾਰਕੰ ਸਮਾਨ ਕੋਈ ਔਰ ਨਾ। ਸਾਰਿਆਂ ਨੂੰ ਪੈਦਾ ਹੀ ਨਹੀਂ ਕਰਨ ਵਾਲੇ, ਸਾਰਿਆਂ ਨੂੰ ਮਾਰਨ ਵਾਲੇ ਵੀ ਆਪ ਹੋ। ਤੇ ਤੁਹਾਡੇ ਵਰਗਾ, ਤੁਹਾਡੇ ਤੁਲ, ਤੁਹਾਡੇ ਬਰਾਬਰ ਦਾ ਹੋਰ ਕੋਈ ਨਹੀਂ, ਤੁਹਾਡੇ ਵਰਗਾ ਕੋਈ ਹੋ ਹੀ ਨਹੀਂ ਸਕਦਾ। ਜਹਾਂ ਤਹਾਂ ਬਿਰਾਜਤੇ ਕਹੂੰ ਊਣ ਠੌਰਣਾ। ਹੁਣੇ ਦੇਵਤੇ ਗੁਰੂ ਸਾਹਿਬ ਦੀ ਉਸਤਤ ਕਰ ਰਹੇ ਨੇ ਕਿ ਸਤਿਗੁਰੂ ਜੀ ਤੁਸੀਂ ਜਿੱਥੇ ਕਿੱਥੇ ਹਰ ਥਾਂ ਤੇ ਬਿਰਾਜਮਾਨ ਹੋ। ਤੁਹਾਡੇ ਤੋਂ ਬਿਨਾ ਕੋਈ ਐਸੀ ਥਾਂ ਨਹੀਂ ਕਿ ਜਿੱਥੇ ਤੁਸੀਂ ਨਾ ਹੋ। ਸਮਸਤ ਬੇਚ ਤੂੰ ਬਸੈ ਸਮਸਤ ਮਹਿ ਤੋਹੇ ਹੈ। ਸਤਿਗੁਰੂ ਜੀ ਤੁਸੀਂ ਸਾਰਿਆਂ ਦੇ ਵਿੱਚ ਵਸਦੇ ਹੋ, ਔਰ ਵੱਡੀ ਗੱਲ ਹੈ ਸਾਰੇ ਤੁਹਾਡੇ ਵਿੱਚ ਵਸਦੇ ਨੇ। ਮਿਲੋ ਨਿਰਾਲਮਾ ਰਹਿ ਅਲੇਪ ਹੈ ਅਮੋਹ ਹੈ। ਤੁਸੀਂ ਸਾਰਿਆਂ ਨੂੰ ਮਿਲਦੇ ਹੋ, ਸਾਰਿਆਂ ਦੇ ਵਿੱਚ ਮਿਲੇ ਹੋਏ ਹੋ, ਪਰ ਨਿਰਾਲਮਾ ਰਹਿ, ਸਾਰਿਆਂ ਦੇ ਵਿੱਚ ਰਹਿ ਕੇ ਵੀ ਸਭ ਤੋਂ ਨਿਰਮੋਹ ਤੇ ਨਿਰਲੇਪ ਹੋ। ਤੁਹਾਨੂੰ ਕਿਸੇ ਤਰ੍ਹਾਂ ਦਾ ਮੋਹ ਦਾ ਲੇਪ ਨਹੀਂ। ਮੋਹ, ਤੁਸੀਂ ਮੋਹ ਤੋਂ ਰਹਿਤ ਹੋ, ਸਾਰਿਆਂ ਦੇ ਵਿੱਚ ਰਹਿ ਕੇ ਵੀ ਸਾਰਿਆਂ ਤੋਂ ਵੱਖਰੇ ਹੋ। ਅਨਾਦ ਤੂੰ ਆਜ਼ਾਦ ਤੂੰ ਸਕੈਨਵੰ ਅਕਾਰਣੰ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਤੁਸੀਂ ਅਨਾਦ ਹੋ। ਅਨਾਦ ਜਿਹਦਾ ਆਦ ਕੋਈ ਨਹੀਂ, ਸ਼ੁਰੂਆਤ ਕੋਈ ਨਹੀਂ, ਕੋਈ ਨਹੀਂ ਜਾਣਦਾ। ਤੁਸੀਂ ਅਨਾਦੀ ਹੋ, ਆਜ਼ਾਦ ਹੋ। ਤੁਹਾਨੂੰ ਕਿਸੇ ਚਾਰ ਦੁਆਰੇ ਦੇ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ ਜਿਵੇਂ ਅੱਜ ਕੱਲ੍ਹ ਰੱਖਿਆ ਜਾਂਦਾ ਹੈ ਕਿ ਗੁਰੂ ਸਿਰਫ ਇੰਨੀ ਥਾਂ 'ਤੇ ਹੈ। ਤੁਸੀਂ ਆਜ਼ਾਦ ਹੋ। ਕੈਵਲੰ ਤੁਸੀਂ ਸਭ ਨੂੰ ਪਾਲਣ ਵਾਲੇ, ਸਭ ਨੂੰ ਮਾਰਨ ਵਾਲੇ ਤੇ ਅਕਾਰਨ ਹੋ, ਸਾਰੀਆਂ ਥਾਵਾਂ 'ਤੇ ਹੋ। ਤੇ ਜੇ ਕੋਈ ਪੁੱਛੇ ਕਿਉਂ, ਇਹਦਾ ਕਾਰਨ ਕੀ ਹੈ, ਇੱਥੋਂ ਪ੍ਰਸ਼ੰਸਾ ਕਰਦੇ ਹੋਏ, ਉਸ 'ਤੇ ਕਰਦੇ ਹੋਏ ਕਹਿੰਦੇ ਨੇ ਇਹਦਾ ਕੋਈ ਕਾਰਨ ਨਹੀਂ, ਤੁਸੀਂ ਅਕਾਰਨ ਹੋ ਪਰ ਹਰ ਥਾਂ 'ਤੇ ਹੋ। ਅਸੰਗ ਹੋ ਅਭੰਗ ਹੋ ਅਨੰਗ ਦੁਖ ਹਾਰਣ। ਹੁਣ ਸਾਰਿਆਂ ਦੇ ਨਾਲ ਵੀ ਹੋ ਤੇ ਨਾਲ ਕਹਿੰਦੇ ਅਸੰਗ ਹੋ, ਸਾਰਿਆਂ ਦੇ ਨਾਲ ਨਹੀਂ ਵੀ ਹੋ, ਕਿਉਂਕਿ ਸਾਰਿਆਂ ਦੇ ਨਾਲ ਤੁਸੀਂ ਹੋ, ਸਾਰਿਆਂ ਨੂੰ ਤੁਹਾਡੀ ਲੋੜ ਹੈ, ਪਰ ਤੁਹਾਨੂੰ ਸਾਰਿਆਂ ਦੀ ਲੋੜ ਨਹੀਂ, ਇਸ ਕਰਕੇ ਤੁਸੀਂ ਸਾਰਿਆਂ ਤੋਂ ਰਹਿਤ ਵੀ ਹੋ। ਅਭੰਗ, ਜਿਹਨੂੰ ਭੁੰਨਿਆ ਨਾ ਜਾ ਸਕੇ, ਜਿਹਨੂੰ ਤੋੜਿਆ ਨਾ ਜਾ ਸਕੇ, ਜਿਹਨੂੰ ਨਾਸ਼ ਨਾ ਕੀਤਾ ਜਾ ਸਕੇ। ਤੁਹਾਡਾ ਆਦਿ ਅੰਤ ਨੇ, ਤੁਸੀਂ ਨਾਸ਼ ਤੋਂ ਰਹਿਤ ਹੋ। ਅਨੰਗ ਦੁਖ ਹਾਰਣ। ਹੇ ਸਤਿਗੁਰੂ ਜੀ ਤੁਸੀਂ ਭੰਗ ਨਹੀਂ ਹੁੰਦੇ। ਕਾਮ ਆਦਿਕ ਜਿਹੜੇ ਇਹ ਵਿਸ਼ੇ ਵਿਕਾਰ ਨੇ, ਇਹਨਾਂ ਦਾ ਤੁਸੀਂ ਖਾਤਮਾ ਕਰਨ ਵਾਲੇ ਹੋ। ਅਨੰਤ ਸ਼੍ਰੀ ਮਹੰਤ ਸਰਬਕੰਤ ਮੋਹ ਭੰਜਨੰ। ਤੁਸੀਂ ਅਨੰਤ ਹੋ, ਤੁਹਾਡਾ ਆਰਾ ਪਾਰ ਕੋਈ ਨਹੀਂ। ਫਿਰ ਕਹਿੰਦੇ ਸ਼੍ਰੀ ਮਹੰਤ, ਇੱਕ ਮਹੰਤ ਹੁੰਦਾ ਵੱਡਾ, ਇੱਥੇ ਸ਼ਬਦ ਵਰਤ ਸ਼੍ਰੀ ਮਹੰਤ, ਕਿ ਜਿਹੜਾ ਸਭ ਤੋਂ ਵੱਡਾ, ਜਿੰਦੇ ਵਰਗਾ ਕੋਈ ਨਹੀਂ, ਜਿਹਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ।
ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੇ ਮੇਰੇ, ਤੁਸੀਂ ਸਭ ਤੋਂ ਵੱਡੇ ਹੋ। ਸਰਬਕੰਤ ਮੋਹ ਭੰਜਨ, ਕੰਤ ਦਾ ਅਰਥ ਪਤੀ, ਪਤੀ ਦਾ ਭਾਵ ਅਰਥ ਮਾਲਕ। ਤੁਸੀਂ ਸਾਰਿਆਂ ਦੇ ਮਾਲਕ ਹੋ ਤੇ ਮੋਹ ਨੂੰ ਨਾਸ਼ ਕਰਨ ਵਾਲੇ ਹੋ। ਆਧਾਰ ਲੋਕ 14, ਤੁਸੀਂ 14 ਲੋਕਾਂ ਦਾ ਆਧਾਰ ਹੋ, ਭਾਵਕ 14 ਲੋਕਾਂ ਦਾ ਤੁਹਾਨੂੰ ਆਸਰਾ ਹੈ। 14 ਲੋਕਾਂ ਨੂੰ ਤੁਹਾਡਾ ਆਸਰਾ ਹੈ। ਅਪਾਰ ਰੂਪ ਰੰਜਨ, ਤੁਸੀਂ ਅਪਾਰ ਹੋ, ਤੁਹਾਡਾ ਆਰਾ ਪਾਰ ਕੋਈ ਨਹੀਂ। ਹਰ ਇੱਕ ਨੂੰ ਤੁਸੀਂ ਪ੍ਰਸੰਨ ਕਰਨ ਵਾਲੇ ਹੋ। ਨਿਰੰਜਨੰ ਅਗੰਜਨੰ ਅਸ਼ਰੰਜਨੰ ਸੁਜਾਨੀਅੰ, ਫਿਰ ਕਹਿੰਦੇ ਨੇ ਤੁਸੀਂ ਮਾਇਆ ਤੋਂ ਰਹਿਤ ਹੋ, ਨਾ ਭੱਜਣ ਵਾਲੇ ਨਾ ਟੁੱਟਣ ਵਾਲੇ। ਅਸਿਜਰੰ ਸੁਜਾਨੀਅੰ, ਫਿਰ ਉਤਪੱਤੀ ਤੋਂ ਰਹਿਤ ਹੋ। ਅਸਿਰਜਨੰ, ਤੁਹਾਨੂੰ ਕੋਈ ਸਿਰਜਣ ਵਾਲਾ ਨਹੀਂ, ਤੁਸੀਂ ਉਤਪੱਤੀ ਤੋਂ ਰਹਿਤ ਹੋ, ਜਨਮ ਮਰਨ ਤੋਂ ਰਹਿਤ ਹੋ, ਆਪਣੇ ਆਪ ਤੋਂ ਹੀ ਤੁਸੀਂ ਹੋ। ਸਰਬ ਦੇ ਵਿੱਚ ਤੁਸੀਂ ਜਾਣਨ ਵਾਲੇ ਹੋ, ਸਰਬ ਸ੍ਰੇਸ਼ਟ ਹੋ। ਸਦੇਵ ਨੇਤ ਨੇਤ ਭੂਤ ਭਵਿੱਖਯੰ ਬਖਾਨੀਅੰ, ਇੱਥੇ ਗੁਰੂ ਸਾਹਿਬ ਦੀ ਉਸਤਤ ਕਰਕੇ ਉਹ ਦੇਵਤੇ ਕਹਿ ਰਹੇ ਨੇ ਕਿ ਇਹ ਸਤਿਗੁਰੂ ਜੀ ਪਿਛਲੇ ਸਮੇਂ ਦੇ ਵਿੱਚ, ਅੱਗੇ ਹੋਣ ਵਾਲੇ ਭਵਿੱਖ ਦੇ ਵਿੱਚ, ਅੱਜ ਦੇ ਹੁਣ ਇਸ ਵਰਤਮਾਨ ਮੌਜੂਦਾ ਸਮੇਂ ਦੇ ਵਿੱਚ ਸਾਰੇ ਲੋਕਾਂ ਨੇ ਆਪ ਜੀ ਨੂੰ ਕੇਵਲ ਨੇਤ ਨੇਤ ਹੀ ਕਿਹਾ ਹੈ। ਤੁਹਾਨੂੰ ਬੇਨਤ ਬੇਨਤ ਹੀ ਕਿਹਾ ਤੇ ਬੇਨਤ ਬੇਨਤ ਹੀ ਕਹਿਣਾ ਹੈ। ਗੁਰੂ ਸਰੂਪ ਧਾਰ ਸਤਨਾਮ ਕੋ ਪਦੈਸੀਅੰ, हे ਪਰਮੇਸ਼ਰ ਪ੍ਰਭੂ ਜੀ, ਤੁਸੀਂ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਧਾਰਨ ਕਰਕੇ ਸੰਸਾਰ ਤੇ ਆਏ। ਇੱਥੇ ਆ ਕੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦਿੱਤਾ। ਪਖੰਡ ਕੋ ਨਿਕੰਦ ਕਹਿ ਨਾ ਮਾਨ ਸ਼ੂਰ ਦੇਸੀਅੰ, ਤੁਸੀਂ ਇੱਥੇ ਆ ਕੇ ਪਖੰਡਾਂ ਦਾ ਨਾਸ਼ ਕੀਤਾ। ਤੁਹਾਡੀ ਏਡੀ ਵੱਡੀ ਮਹਿਮਾ, ਪਰ ਇਹ ਸਤਿਗੁਰੂ ਜੀ ਤੁਹਾਨੂੰ ਲੇਸ਼ ਮਾਤਰ ਵੀ, ਥੋੜ੍ਹਾ ਜਿਹਾ ਵੀ ਕਿਤੇ ਇਸ ਗੱਲ ਦਾ ਮਾਣ ਨਹੀਂ। ਆਨੰਦਹੀਣ ਧੁੰਦ ਕੈ ਮੁਕੰਦ ਸਰਬ ਬੰਦ ਜੋ, ਤੇ ਅਖੀਰ ਤੇ ਉਸਤਤ ਕਰਦੇ ਹੋਏ ਕਹਿੰਦੇ ਨੇ ਤੁਸੀਂ ਆਨੰਦ ਰੂਪ ਹੋ, ਤੁਸੀਂ ਦਵੰਦਾਂ ਤੋਂ ਰਹਿਤ ਹੋ, ਤੁਸੀਂ ਮੁਕਤੀ ਦਾਤੇ ਹੋ, ਤੁਸੀਂ ਸਭ ਦੇ ਬੰਧਨਾਂ ਯੋਗ ਹੋ, ਸਭ ਤੁਹਾਨੂੰ ਪੂਜਦੇ ਨੇ, ਤੁਸੀਂ ਪੂਜਣ ਯੋਗ ਹੋ। ਨਮਸਤਿਅੰ 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 ਗੋਬਿੰਦੰ ਜੋ, ਇਸ ਕਰਕੇ ਹੇ ਗੋਬਿੰਦ ਜੀ, ਹੇ ਰੱਬ ਜੀ, ਤੁਹਾਨੂੰ ਨਮਸਕਾਰ ਹੈ। ਤੁਸੀਂ ਸਭ ਦੇ ਮਾਲਕ ਹੋ, ਤੁਹਾਨੂੰ ਨਮਸਕਾਰ ਹੈ, ਤੁਹਾਨੂੰ ਹੀ ਨਮਸਕਾਰ ਹੋਵੇ। ਇਸ ਤਰ੍ਹਾਂ ਜਿਹੜੇ ਦੇਵੀ ਦੇਵਤੇ ਨੇ ਉਹ ਮਨ ਹੀ ਮਨ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰ ਰਹੇ ਨੇ। ਅੱਗੇ ਗੁਰੂ ਸਾਹਿਬ ਜੀ ਨੇ ਜਿਵੇਂ ਜੋਤੀ ਜੋਤ ਸਮਾਉਣਾ ਹੈ, ਜਿਵੇਂ ਹੋਰ ਉਹਨਾਂ ਦੀਆਂ ਵਡਿਆਈਆਂ ਸਿਫਤਾਂ ਸਾਰੇ ਗਾ ਰਹੇ ਨੇ। ਉਹ ਰਹਿੰਦੇ ਪ੍ਰਸੰਗ ਨੂੰ ਆਪਾਂ ਕੱਲ੍ਹ ਫਿਰ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ